ਸਤਿ ਸ਼੍ਰੀ ਅਕਾਲ, ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ। ਲੈ ਕੇ ਹਾਜ਼ਰ ਹਾਂ ਪੰਜਾਬ ਦੀਆਂ ਤਾਜ਼ਾ ਖਬਰਾਂ। ਸਭ ਤੋਂ ਪਹਿਲਾਂ ਰੁਖ ਸਿੱਧਾ ਕਿਸਾਨੀ ਅੰਦੋਲਨ ਦੇ ਵੱਲ ਕਰਾਂਗੇ। ਕਿਸਾਨ ਜਥੇਬੰਦੀਆਂ ਦਾ ਸੰਘਰਸ਼ ਲਗਾਤਾਰ ਜਾਰੀ ਹੈ। ਅੱਜ ਦਾ ਇਤਿਹਾਸਕ ਦਿਨ ਕਿਸਾਨ ਜਥੇਬੰਦੀਆਂ ਲਈ ਬਹੁਤ ਵੱਡਾ ਹੋ ਸਕਦਾ ਹੈ, ਕਿਉਂਕਿ ਬੀਤੀ ਰਾਤ ਲਗਾਤਾਰ ਕੇਂਦਰੀ ਮੰਤਰੀਆਂ ਅਤੇ ਭਾਜਪਾ ਦੇ ਪੰਜਾਬ ਆਗੂਆਂ ਦੇ ਵਿਚਕਾਰ ਮੀਟਿੰਗਾਂ ਚੱਲੀਆਂ ਨੇ। ਕੱਲ ਦੁਪਹਿਰ ਤੋਂ ਸ਼ੁਰੂ ਹੁੰਦਾ ਹੈ ਮੀਟਿੰਗਾਂ ਦਾ ਦੌਰ ਤੇ ਰਾਤ ਤੱਕ ਚੱਲਦਾ ਹੈ। ਉਮੀਦ ਹੈ ਕਿ ਅੱਜ ਦੀ ਮੀਟਿੰਗ ਦੇ ਵਿੱਚੋਂ ਕੋਈ ਸਿੱਟਾ ਨਿਕਲੇਗਾ। ਸੋ 2 ਵਜੇ ਬੈਠਕ ਸ਼ੁਰੂ ਹੋਣੀ ਹੈ। ਉਸ ਤੋਂ ਪਹਿਲਾਂ ਵੀ ਮੀਟਿੰਗਾਂ ਹੋਣਗੀਆਂ, ਚਾਹੇ ਉਹ ਮੰਤਰੀਆਂ ਦੇ ਨਾਲ ਮੀਟਿੰਗਾਂ ਹੋਣ, ਗ੍ਰਹਿ ਮੰਤਰੀ ਦੇ ਨਾਲ ਮੀਟਿੰਗ ਹੋਵੇ ਜਾਂ ਇਸ ਤੋਂ ਇਲਾਵਾ ਵੱਡੇ ਅਫਸਰਾਂ ਦੇ ਨਾਲ। ਸੋ ਅੱਜ ਦੀਆਂ ਮੀਟਿੰਗਾਂ ਦੇ ਉੱਤੇ ਵੀ ਨਿਗਾਹਾਂ ਰਹਿਣਗੀਆਂ ਤੇ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਅੱਜ ਦੀ ਮੀਟਿੰਗ ਨੂੰ ਲੈ ਕੇ ਅਤੇ ਕੱਲ ਹੋਈ ਟਰੈਕਟਰ ਰੈਲੀ ਨੂੰ ਲੈ ਕੇ ਹਰ ਇੱਕ ਗੱਲ ਨੂੰ ਲੈ ਕੇ ਵੱਖੋ ਵੱਖਰੀ ਟਿੱਪਣੀ ਕੀਤੀ ਹੈ। ਕਿਸਾਨਾਂ ਦੀਆਂ ਟਿੱਪਣੀਆਂ ਸੁਣਾਂਗੇ ਤੇ ਫਿਰ ਅਗਲੀ ਖਬਰ ਦੇ ਵੱਲ ਵਧਾਂਗੇ। वो मांगे हमारी माननी तो अभी तो नहीं है, जब तक लिखत में नहीं मिलता। हाँ, एक्चुअल में वो 3 बिल अभी वैसे के वैसे ही हैं। जो किसान हमारे लीडर हैं, जो बातचीत 40 किसान जथेबंदियाँ कर रही है, उनके मुताबिक जो कह रहे हैं और हम भी वो सोच रहे हैं, लेकिन उसमें से अभी तक तो कुछ नहीं माना उन्होंने। उसी के बीच में से जो अनुच्छेद होते हैं, मद होती है, उसके मुताबिक वो बोल रहे हैं आपकी 2 मांगे हमने स्वीकार कर ली। लेकिन वो तो आगे की आगे, जैसे हम कह देते हैं एक मांग के विच पार्ट ए हो गया, पार्ट बी हो गया, पार्ट सी हो गया, उसी में से उन्होंने कहा अभी हमने ये 2 मांग मान ली। लेकिन वो बिल तो 3 के 3 अधूरे पड़े हैं वैसे ही। और हमारे किसान भाइयों का जो ये आंदोलन चल रहा है और ये हर धर्मी सरकार उनकी मांगे पूरी नहीं कर रही है, इसका हमारे महाराष्ट्र में, हमारे समाज में, हमारे किसान भाइयों में बहुत बड़ा आक्रोश है। और इनका सहयोग देने के लिए मेरा पूरा टीम साथ आई है। और अगर मांगे पूरी नहीं हुई तो हम महाराष्ट्र से और बहुत संख्या में हम लोग यहाँ हमारे भाई लोगों का साथ देने के लिए आएंगे। और ये आंदोलन जब तक पीछे नहीं लेंगे, जब तक ये सरकार इन अन्यायपूर्ण काले कानूनों को वापस नहीं लेती है। सरकार की ये खाली किसानों को फिसलाने की नीति चल रही है। ये बोल रहे हैं कि हमने 4 मांगों में से 2 मांगे मान ली गई है, पर जो असली मांग है कि ये कानूनों को वापस लिया जाए, 90% मांग तो वही है। ये तो छोटी मोटी मांगे हैं जिनके अंदर सरकार दिखाना चाहती है कि हम तो किसानों के साथ में हैं और इनकी मांगे पूरी कर रहे हैं। मगर हमारी असली मांग ये है कि इन कानूनों को ही खारिज किया जाए और इन कानूनों को वापस लिया जाए। अब 26 जनवरी तक अगर ये कानून वापस नहीं लिए जाते हैं, अगर सरकार और किसानों में कोई समझौता नहीं होता, तो आपको मालूम है हमारे किसान यूनियन ने क्या डिक्लेयर कर रखा है। फिर ट्रैक्टरों की रैली 26 जनवरी की जगह वहाँ पे क्या परेड होती है, उसके बाद में क्या परेड होगी, परेड की तैयारियाँ चल रही है, वो आपको सबको मालूम है, आप सब लोग विदित हैं उससे। फिर सरकार को समझना चाहिए सब बातें। बैठक हुई है, ਅਸੀਂ ਪੰਜਾਬ ਦੇ ਲਾਅ ਐਂਡ ਆਰਡਰ ਦੀ ਗੱਲ ਕੀਤੀ ਹੈ। ਅੱਜ 2-2.5 ਮਹੀਨੇ ਹੋ ਗਏ ਭਾਰਤੀ ਜਨਤਾ ਪਾਰਟੀ ਦੇ ਕਾਰਜਕਰਤਾਵਾਂ ਨੂੰ ਪਰੇਸ਼ਾਨ ਕੀਤਾ ਜਾ ਰਿਹਾ, ਉਹਨਾਂ ਦੇ ਘਰੇ ਅੱਗੇ ਧਰਨੇ ਦਿੱਤੇ ਜਾ ਰਹੇ, ਅਬ ਸ਼ਬਦਾਵਲੀ ਵਰਤੀ ਜਾ ਰਹੀ ਹੈ, ਕਿੱਥੇ ਗੋਹੇ ਸਿੱਟੇ ਜਾ ਰਹੇ ਨੇ। ਇਹ ਲਾਅ ਐਂਡ ਆਰਡਰ ਦੀ ਜਿਹੜੀ ਹੈ ਪੰਜਾਬ ਦੇ ਵਿੱਚ ਹੈ ਨਹੀਂ। ਇਹਦੇ ਵਾਸਤੇ ਅਸੀਂ ਹੋਮ ਮਿਨਿਸਟਰ ਅਮਿਤ ਸ਼ਾਹ ਜੀ ਨੂੰ ਕਹਿ ਕੇ ਆਏ ਕਿ ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਬਹਾਲ ਕਰਾਇਆ ਜਾਵੇ। ਇਹ ਜਿਹੜੀ ਸਥਿਤੀ ਉੱਥੇ ਬਣੀ ਹੋਈ ਹੈ ਬੜੀ ਮਾੜੀ ਬਣੀ ਹੋਈ ਹੈ। ਕਿਸਾਨ ਜਥੇਬੰਦੀਆਂ ਸਟੇਜ ਤੇ ਕਹਿੰਦੀ ਹੈ ਭਾਰਤੀ ਜਨਤਾ ਪਾਰਟੀ ਦੇ ਕਾਰਜਕਰਤਾ ਨੂੰ ਘੇਰੋ। ਅਗਰ ਕੱਲ ਨੂੰ ਕੋਈ ਨੁਕਸਾਨ ਹੋ ਗਿਆ ਤਾਂ ਭਾਰਤੀ ਜਨਤਾ ਪਾਰਟੀ ਦੇ ਕਿਸੇ ਵਰਕਰ ਦਾ ਕੋਈ ਨੁਕਸਾਨ ਹੈ, ਘਰ ਦਾ ਨੁਕਸਾਨ ਹੋਇਆ, ਇਹ ਜਥੇਬੰਦੀਆਂ ਜ਼ਿੰਮੇਵਾਰ ਹੈ ਔਰ ਕੈਪਟਨ ਜ਼ਿੰਮੇਵਾਰ ਹੈ। ਫਿਰ ਗ੍ਰਹਿ ਮੰਤਰੀ ਦਾ ਪੂਰਾ ਕੀ ਉਹਨਾਂ ਦਾ ਰਿਐਕਸ਼ਨ ਸੀ? ਦੇਖੋ, ਗ੍ਰਹਿ ਮੰਤਰੀ ਜੀ ਨੂੰ ਆਪ ਦੀ ਅੱਛੀ ਨੌਲੇਜ 'ਚ ਗੱਲ ਕਰਕੇ ਉਹਨਾਂ ਨੇ ਆਪ ਦੀ ਗੱਲ ਜਿਹੜੀ ਹੈ ਜਿਸ ਤਰ੍ਹਾਂ ਆਫੀਸ਼ੀਅਲੀ ਕਰਨੀ ਹੈ ਉਹਨਾਂ ਨੇ ਉਹ ਕਰਨੀ ਹੈ। ਨਹੀਂ, ਕਿਸਾਨ ਆਗੂ ਦੇਖੋ ਜੀ, ਮੈਂ ਤਾਂ ਦੇਖ ਲਿਆ, ਸਾਨੂੰ 3 ਮਹੀਨੇ ਹੋ ਗਏ ਹਰਜੀਤ ਸਿੰਘ ਗਰੇਵਾਲ, ਮੈਨੂੰ ਤਾਂ ਇਹਨਾਂ ਦੀ ਮਿੰਨਤਾਂ ਕਰਦੇ ਹੋਏ, ਇਹ ਫੋਨ ਵੀ ਨਹੀਂ ਚੱਕਦੇ, ਅਸੀਂ ਗੱਲ ਕਰਾਉਣੀ 'ਚ ਗੱਲ ਨਹੀਂ ਚਾਹੁੰਦੇ, ਕੋਈ ਇਹਨਾਂ ਦੀ ਨੀਅਤ ਹੀ ਨਹੀਂ ਹੈ। ਇਹ ਝੂਠ ਮਾਰ ਕੇ ਪੰਜਾਬ ਦੇ ਲੋਕਾਂ ਨੂੰ ਵੀ ਤੁਹਾਡੀਆਂ ਜ਼ਮੀਨਾਂ ਚਲੀ ਜਾਣਗੀਆਂ, ਤੁਹਾਡੇ ਜ਼ਮੀਨਾਂ ਤੇ ਲੋਨ ਲੈ ਲਿੱਤੇ ਜਾਣਗੇ, ਇੰਨੀਆਂ ਗੱਪਾਂ ਮਾਰ ਕੇ ਲੋਕਾਂ ਨੂੰ ਇੱਥੇ ਲਿਆ ਕੇ ਸੜਕਾਂ ਤੇ ਛੱਡਤੇ ਔਰ ਇਹਨਾਂ ਨੂੰ ਕੋਈ ਚਿੰਤਾ ਨਹੀਂ ਹੈ। ਸਾਰਾ ਦਿਨ ਇਹ ਮੀਟਿੰਗਾਂ ਕਰਦੇ ਨੇ। ਅਗਰ ਕਿਸਾਨ ਦੀ ਚਿੰਤਾ ਹੋਵੇ ਤਾਂ ਮੈਂ ਪਹਿਲੇ ਦਿਨ ਕਹੀ ਸੀ ਅੱਧੇ ਘੰਟੇ 'ਚ ਹੱਲ ਹੁੰਦਾ ਹੈ। ਔਰ ਅਗਰ ਕਿਸਾਨ ਦੀ ਚਿੰਤਾ ਨਹੀਂ, ਅਗਰ ਮੁੱਛ ਦਾ ਸਵਾਲ ਹੈ ਜਾਂ ਇਹਨਾਂ ਦੀ ਕੋਈ ਹੋਰ ਹਿੱਤ ਜਿਹੜਾ ਇਹ ਸੇਕਣਾ ਚਾਹੁੰਦੇ ਨੇ, ਮੈਨੂੰ ਤਾਂ ਲੱਗਦਾ ਹੈ ਇਹ ਕੋਈ ਪਾਰਟੀ ਬਣਾ ਕੇ ਇਲੈਕਸ਼ਨ ਲੜਨਾ ਚਾਹੁੰਦੇ ਨੇ। ਜਿਸ अन्य हजारे ने जो अंदोलन किया जी केजरीवाल बन गया, काशीराम ने अंदोलन किया जी मायावती बन गई। इस तरह के पिछे जो अंदोलन होया सी ਉਹਦੇ ਵਿੱਚ कोई ना कोई लीडर बन जाता। ये इस तरह की सोच लेके कॉमरेड ਜਿਹੜੇ कॉम्युनिस्ट ਇਹਨਾਂ ਦੇ ਨਾਲ ਨੇ ਔਰ कॉम्युनिस्टां ਦੇ ਬਾਰੇ ਮੈਂ ਕਹਿ ਚੁੱਕਿਆ ਕਿ ਜਿੱਥੇ ਇਹਨਾਂ ਦਾ ਝੰਡਾ ਲੱਗ ਜਾਂਦਾ ਉਹ ਕਾਰਖਾਨਾ ਜਦੋਂ ਤੱਕ ਫੇਲ ਨਹੀਂ ਹੋ ਜਾਂਦਾ, ਫੈਕਟਰੀ ਫੇਲ ਨਹੀਂ ਹੋ ਜਾਂਦੀ, ਉਦੋਂ ਤੱਕ ਇਹਨਾਂ ਦਾ ਝੰਡਾ ਲੈਂਦਾ ਹੀ ਨਹੀਂ। ਇਸ ਤਰ੍ਹਾਂ ਇੱਕ ਤਾਂ ਪੰਜਾਬ 'ਚ ਲਾਅ ਐਂਡ ਆਰਡਰ ਦੀ ਸਥਿਤੀ ਔਰ ਸਾਡੇ ਕਾਰਜਕਰਤਾ ਦੇ ਹਿਊਮਨ ਰਾਈਟਸ ਵਾਇਲੇਸ਼ਨ ਔਰ ਕਾਰਜਕਰਤਾ ਤੇ ਜ਼ੁਲਮ, ਉਹਨਾਂ ਨੂੰ ਪਾਰਟੀ ਛੱਡਣ ਲਈ ਮਜਬੂਰ ਕਰਨਾ
ਔਰ ਉਹਨਾਂ ਨੂੰ ਕਹਿਣਾ ਕਿ ਨਹੀਂ ਤੁਹਾਡੇ ਬਿਜ਼ਨਸ ਅਦਾਰੇ ਬੰਦ ਕਰ ਰਹੇ ਆ, ਨਹੀਂ ਤਾਂ ਪਾਰਟੀ ਛੱਡੋ। ਇਹ ਕਿਸਾਨਾਂ ਦੇ ਮੋਢਿਆਂ ਤੇ ਚੜ੍ਹ ਕੇ, ਕਿਸਾਨ ਇਦਾਂ ਦਾ ਕੰਮ ਨਹੀਂ ਕਰਦਾ, ਉਹਨਾਂ ਦੇ ਮੋਢਿਆਂ ਤੇ ਚੜ੍ਹ ਕੇ ਐਂਟੀ ਸੋਸ਼ਲ ਜਿਹੜੇ ਐਲੀਮੈਂਟ ਨੇ ਉਹ ਇਹ ਕੰਮ ਕਰ ਰਹੇ ਆ। ਮੇਰੀ ਅਪੀਲ ਆ ਪੰਜਾਬ ਸਰਕਾਰ ਨੂੰ, ਕੈਪਟਨ ਅਮਰਿੰਦਰ ਸਿੰਘ ਨੂੰ, ਕਿ ਆਪਣਾ ਰਾਜ ਧਰਮ ਦਾ ਪਾਲਣ ਕਰਨ ਔਰ ਇਹ ਕੰਮ ਨਾ ਕਰਨ। ਇਹ ਲੋਕਤੰਤਰ ਟ੍ਰੈਡੀਸ਼ਨਸ ਤੇ ਬੇਸ ਕਰਦਾ, ਪਰੰਪਰਾਵਾਂ ਦੇ ਆਧਾਰ ਤੇ ਗਲਤ ਪਰੰਪਰਾਵਾਂ ਨਾ ਪਾਉਣ। ਮੈਂ ਇਹੀ ਪ੍ਰਾਰਥਨਾ ਕਰਦਾ। ਇਹਨਾਂ ਹੀ ਵਿਸ਼ਿਆਂ ਤੇ ਸਾਰੇ ਚਿੰਤਤ ਨੇ ਔਰ ਕਿਸਾਨ ਦੇ ਲਈ ਸਾਰੇ ਚਿੰਤਾ ਕਰਦੇ। ਸਾਡੀ ਸਰਕਾਰ ਕਿਸਾਨ ਹਿੱਤੂ ਆ, ਇਸ ਕਰਕੇ ਜਿਹੜਾ ਕਿਸਾਨ ਹਿੱਤਾਂ 'ਚ ਫੈਸਲੇ ਹੋਣੇ ਚਾਹੀਦੇ ਆ, ਪਰ ਕਿਸਾਨ ਲੀਡਰਾਂ ਨੂੰ ਵੀ ਸਵੇਰ ਹੋਣਾ ਪਊਗਾ। ਉਧਰ ਹਰਿਆਣੇ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਦੇ ਪ੍ਰੋਗਰਾਮ ਨੂੰ ਰੱਦ ਕਰਵਾਉਣ ਦੇ ਲਈ ਕਿਸਾਨ ਜਥੇਬੰਦੀਆਂ ਦੇ ਆਗੂ ਗੁਰਨਾਮ ਸਿੰਘ ਚੁੰਨੀ ਦੇ ਵੱਲੋਂ ਇੱਕ ਅਪੀਲ ਕੀਤੀ ਗਈ ਹੈ ਕਿਸਾਨਾਂ ਨੂੰ ਕਿ ਇਸ ਪ੍ਰੋਗਰਾਮ ਦਾ संविधानिक तरीके दे नाल विरोध किया जाना चाहिए। कि कुछ कह रहे हैं गुरनाम सिंह चुन्नी, वो भी सुनाने। कल ज़्यादा से ज़्यादा करनाल के भाई और आसपास के पानीपत के भाई जो है वो गरौंडा टोल पे पहुँचे और जो वहाँ की कमेटी है, जो वहाँ के हमारे अगवानी करने वाले लोग हैं, वो जैसा दिशा निर्देश दें वैसा सभी लोग माने, उनके कहने में चलें और अनुशासन में रहें। लेकिन ये बीजेपी सरकार एक तरफ तो हमें बात के लिए बुला रही है और दूसरी तरफ किसान पंचायतें रख रही है और ये इस आंदोलन को, किसानों को गुमराह कर रहे हैं और इसका हमने ज़बरदस्त विरोध करना है। मेरी सभी भाइयों से प्रार्थना है कि 8 तारीख को यानी कल को गरौंडा टोल पर जो ज़्यादा से ज़्यादा पहुँचे, जो पानीपत के और करनाल के ख़ास तौर पे इन 2 ज़िलों के लोग वहाँ पे इकट्ठे हों और हर प्रकार का हमने जो है कड़ा विरोध खट्टर साहब का हमने करना है। उधर आम आदमी पार्टी पंजाब दे विच 2022 ਦੀਆਂ ਚੋਣਾਂ ਨੂੰ ਲੈ ਕੇ ਸਰਗਰਮ ਹੈ ਤੇ ਵੱਖ-ਵੱਖ ਪਾਰਟੀਆਂ ਦੇ ਵੱਲੋਂ ਵੀ ਆਪੋ ਆਪਣੀਆਂ ਸਰਗਰਮੀਆਂ ਤੇਜ਼ ਕਰ ਦਿੱਤੀਆਂ ਗਈਆਂ ਨੇ। ਇਸੇ ਸਰਗਰਮੀਆਂ ਦੀ ਕੜੀ ਹੁੰਦੀ ਹੈ ਕਿ ਵਿਰੋਧੀਆਂ ਦੇ ਉੱਤੇ ਵੱਖੋ ਵੱਖਰੇ ਕਿਸਮ ਦੇ ਬਿਆਨ ਦਾਗੇ ਜਾਂਦੇ ਨੇ। ਅਜਿਹਾ ਹੀ ਕੁਝ ਆਮ ਆਦਮੀ ਪਾਰਟੀ ਦੇ ਵੱਲੋਂ ਵੀ ਕੀਤਾ ਜਾ ਰਿਹਾ ਹੈ। ਰੋਪੜ ਦੇ ਵਿੱਚ ਆਮ ਆਦਮੀ ਪਾਰਟੀ ਦੇ ਆਗੂ ਦੇ ਵੱਲੋਂ ਇੱਕ ਪ੍ਰੈਸ ਕਾਨਫਰੰਸ ਦੇ ਦੌਰਾਨ ਕਿਹਾ ਗਿਆ ਹੈ ਕਿ ਪੰਜਾਬ ਦੇ ਸਰਕਾਰੀ ਥਰਮਲ ਪਲਾਂਟਾਂ ਦਾ ਬੰਦ ਹੋਣ ਦਾ ਸਭ ਤੋਂ ਵੱਡਾ ਕਾਰਨ ਪਿਛਲੀਆਂ ਸਰਕਾਰਾਂ ਰਹੀਆਂ ਨੇ। ਹੋਰ ਕੀ ਕੁਝ ਕਹਿ ਰਹੇ ਨੇ ਉਹ ਵੀ ਸੁਣਦੇ ਹਾਂ। ਕਿਉਂ ਕਿਸਾਨ ਬੈਠੇ ਨੇ ਜਾ ਕੇ ਦਿੱਲੀ ਬਾਰਡਰ ਤੇ? ਇਸੇ ਕਰਕੇ ਬੈਠੇ ਨੇ ਕਿ ਸਰਕਾਰਾਂ ਸਾਰਾ ਕੁਝ ਕਾਰਪੋਰੇਟ ਘਰਾਣਿਆਂ ਨੂੰ ਵੇਚਣਾ ਚਾਹੁੰਦੀਆਂ। ਇਸੇ ਤਰ੍ਹਾਂ ਪੰਜਾਬ ਦੇ ਵਿੱਚ ਜਿਹੜੀ ਬਿਜਲੀ ਹੈ ਉਹ ਕਾਰਪੋਰੇਟ ਘਰਾਣਿਆਂ ਦੇ ਕੋਲੋਂ ਖਰੀਦੀ ਜਾ ਰਹੀ ਹੈ, ਉਹਨਾਂ ਦੇ ਨਾਲ ਸਮਝੌਤੇ ਕਰਕੇ। ਸਰਕਾਰੀ ਥਰਮਲ ਉੱਜੜ ਜਾਣ, ਇਹਨਾਂ ਨੂੰ ਕੋਈ ਪਰਵਾਹ ਨਹੀਂ। ਲੋਕਾਂ ਦੇ ਰੁਜ਼ਗਾਰ ਉੱਜੜ ਜਾਣ, ਕੋਈ ਪਰਵਾਹ ਨਹੀਂ। ਲੋਕਾਂ ਦੇ ਘਰ ਕਲੋਨੀਆਂ ਉੱਜੜ ਜਾਣ, ਕੋਈ ਪਰਵਾਹ ਨਹੀਂ। ਇਹਨਾਂ ਨੇ ਤਾਂ ਸਭ ਤੋਂ ਮਹਿੰਗੀ ਬਿਜਲੀ ਖਰੀਦੀ ਜਾ ਰਹੀ ਹੈ ਪੰਜਾਬ ਦੇ ਵਿੱਚ ਕਾਰਪੋਰੇਟ ਘਰਾਣਿਆਂ ਦੇ, ਪ੍ਰਾਈਵੇਟ ਥਰਮਲਾਂ ਦੇ ਕੋਲੋਂ। ਸੋ ਉਸੇ ਦਿਸ਼ਾ ਦੇ ਵੱਲ ਕਦਮ ਵਧਾ ਰਹੇ ਆ ਕਿ ਹੁਣ ਸਰਕਾਰੀ ਨੂੰ ਚਲਾਉਣ ਦੀ ਨੌਬਤ ਹੀ ਨਾ ਰਵੇ। ਇਨਫਰਾਸਟ੍ਰਕਚਰ ਹੀ ਖਤਮ ਕਰ ਦਿਓ, ਫਿਰ ਆਪ ਹੀ ਸਰਕਾਰੀ ਢਾਂਚਾ ਇਹਨਾਂ ਨੂੰ ਨਾ ਲੋਕਾਂ ਨੇ ਮੰਗ ਕਰਨੀ ਚਲਾਓ, ਨਾ ਇਹਨੂੰ ਲੋੜ ਪੈਣੀ ਚਲਾਉਣ ਦੀ। ਉਧਰ ਕਿਸਾਨ ਜਥੇਬੰਦੀਆਂ ਦੇ ਆਗੂਆਂ ਦੇ ਵੱਲੋਂ ਬੀਤੇ ਦਿਨੀ ਭਾਜਪਾ ਦੇ ਪੰਜਾਬ ਆਗੂ ਹਰਜੀਤ ਗਰੇਵਾਲ ਦੇ ਖਿਲਾਫ ਆਪਣਾ ਰੋਸ ਪ੍ਰਦਰਸ਼ਨ ਕੀਤਾ ਗਿਆ ਸੀ ਅਤੇ ਉਹਨਾਂ ਦੇ ਪਿੰਡ ਦੇ ਕੁਝ ਨੌਜਵਾਨਾਂ ਦੇ ਵੱਲੋਂ ਹਰਜੀਤ ਗਰੇਵਾਲ ਦਾ ਬਾਈਕਾਟ ਕਰਨ ਦੀ ਗੱਲ ਆਖੀ ਗਈ, ਜਿਸ ਤੋਂ ਬਾਅਦ ਹਰਜੀਤ ਗਰੇਵਾਲ ਦੇ ਵੱਲੋਂ ਬਿਆਨਬਾਜ਼ੀ ਹੁੰਦੀ ਹੈ ਤੇ ਉਸ ਤੋਂ ਬਾਅਦ ਇਹਨਾਂ ਲੋਕਾਂ ਦੇ ਖਿਲਾਫ ਮਾਮਲਾ ਦਰਜ ਹੁੰਦਾ ਹੈ ਤੇ ਕਿਸਾਨ ਜਥੇਬੰਦੀਆਂ ਦੇ ਆਗੂ ਇਸ ਮਾਮਲੇ ਦਰਜ ਨੂੰ ਲੈ ਕੇ ਵੀ ਪ੍ਰਦਰਸ਼ਨ ਕਰਦੇ ਨੇ। ਇਸ ਪ੍ਰਦਰਸ਼ਨ ਦੀਆਂ ਤਸਵੀਰਾਂ ਵਿਖਾਉਂਦੇ ਆ ਤੇ ਪੂਰੇ ਮਾਮਲੇ ਦੇ ਉੱਤੇ ਕਿਸਾਨ ਆਗੂ ਕੀ ਕਹਿ ਰਹੇ ਨੇ ਉਹ ਵੀ ਸੁਣਦੇ ਆ। ਇਹਦੇ ਵਿੱਚ ਇਹ ਸੀ ਮੰਗ ਪੱਤਰ ਦੇ ਵਿੱਚ ਸਾਨੂੰ ਪਤਾ ਲੱਗਿਆ ਸੀਗਾ ਵੀ ਕੁਝ ਕਿਸਾਨਾਂ ਤੇ ਧਨੌਲਾ ਪੁਲਿਸ ਨੇ ਪਰਚੇ ਦਰਜ ਕੀਤੇ ਨੇ। ਇਹ ਪਰਚੇ ਆ ਜਿਹੜੇ ਇਹਦੇ 'ਚ ਮੈਨੂੰ ਪਤਾ ਲੱਗਿਆ ਅੰਡਰ 153 ਏ ਦੇ ਅਧੀਨ 149 ਏ ਦੇ ਅਧੀਨ ਜਿਹੜੇ ਇਹ ਪਰਚੇ ਦਰਜ ਕੀਤੇ ਆ। ਇਹਦੇ ਵਿੱਚ ਇਹ ਪਰਚੇ ਦੇ ਵਿੱਚ ਇਹ ਹੈ ਉਹਨਾਂ ਤੇ ਧਾਰਾ ਇਹੋ ਜਿਹੀਆਂ ਲਾਤੀਆਂ ਵੀ ਇਹ ਜਿਹੜੇ ਕਿਸਾਨ ਨੇ ਇਹ ਮਤਲਬ ਇਹ 2 ਧਰਮਾਂ ਦੇ ਵਿੱਚ ਇੱਕ ਵੰਡ ਪਾਉਣ ਦੀ ਕੋਸ਼ਿਸ਼ ਕਰ ਰਹੇ ਨੇ। ਇਹ ਆਪਣਾ ਇੱਕ ਰਾਈਟ ਬਣਦਾ ਸੋਸ਼ਲ ਮੀਡੀਆ ਤੇ ਆਪਾਂ ਕੋਈ ਵੀ ਐਕਟੀਵਿਟੀ ਆ ਜਿਹੜੀ ਆਪਾਂ ਆਪਦੀ ਪਾ ਸਕਦੇ ਹਾਂ, ਆਪਾਂ ਆਪਦੇ ਵਿਚਾਰ ਰੱਖ ਸਕਦੇ ਹਾਂ। ਇਹ ਪਿੱਛੇ ਜੇ ਮਾਨਯੋਗ ਸੁਪਰੀਮ ਕੋਰਟ ਨੇ ਵੀ ਇਹ ਕਰਤਾ ਸੀ ਵੀ ਕੋਈ ਵੀ ਹਰ ਇੱਕ ਵਿਅਕਤੀ ਨੂੰ ਆਪਦੇ ਵਿਚਾਰ ਸੋਸ਼ਲ ਮੀਡੀਆ ਤੇ ਰੱਖਣ ਦਾ ਅਧਿਕਾਰ ਹੈ। ਇਹਦੇ ਅਧੀਨ ਅਸੀਂ ਇਹ ਮੰਗ ਕਰੀ ਅੱਜ ਐਸਐਸਪੀ ਦਫ਼ਤਰ ਮੰਗ ਪੱਤਰ ਦਿੱਤਾ ਐਸਪੀ ਸਾਹਿਬ ਨੂੰ ਵੀ ਇਹ ਜਿਹੜਾ ਪਰਚਾ ਗਾ ਇਹਦੇ ਵਿੱਚ ਕੁਛ ਨਹੀਂ, ਇਹ ਪਰਚਾ ਜਿਹੜਾ ਇਹ ਮਤਲਬ ਗਲਤ ਕਰਿਆ ਗਿਆ ਗਾ। ਇਹ ਪਰਚਾ ਜਿਹੜੇ 3 ਕਿਸਾਨਾਂ ਤੇ ਪਰਚਾ ਦਰਜ ਕਰਿਆ ਇਹ ਪਰਚਾ ਰੱਦ ਕੀਤਾ ਜਾਵੇ। ਜੇਕਰ ਇਹ ਪਰਚਾ ਨਹੀਂ ਰੱਦ ਕੀਤਾ ਜਾਂਦਾ ਤਾਂ ਅਸੀਂ ਜਥੇਬੰਦੀਆਂ ਦੀ ਸਲਾਹ ਦੇ ਨਾਲ ਅਸੀਂ ਕੋਈ ਵੱਡਾ ਐਕਸ਼ਨ ਉਲੀਕਾਂਗੇ। ਲੋਕਤੰਤਰ ਦਾ ਜੋ ਰਵਾਇਤ ਹੈ, ਜੋ ਵੀ ਬੰਦਾ ਕੋਈ ਵੀ ਕਿਸੇ ਵਿਰੁੱਧ ਜਾਂ ਕਿਸੇ ਪਾਰਟੀ ਵਿਰੁੱਧ ਗੱਲ ਕਰ ਸਕਦਾ, ਉਹਦੇ ਅਧਿਕਾਰ ਦਾ ਜਦੋਂ ਉਲੰਘਣ ਹੋਇਆ ਉਸ ਵਿਰੁੱਧ ਅਸੀਂ ਮੰਗ ਪੱਤਰ ਦਿੱਤਾ ਕਿ ਜੋ ਪਰਚੇ ਹੋਏ ਨੇ ਦਰਜ ਉਹ ਰੱਦ ਕੀਤੇ ਜਾਣ, ਕਿਉਂਕਿ
ਇਹ ਪਹਿਲਾਂ ਅਕਾਲੀ ਸਰਕਾਰ ਦੇ ਵਿਰੁੱਧ ਵੀ ਲੋਕਾਂ ਦਾ ਵਿਦਰੋਹ ਹੋਇਆ, ਕਾਂਗਰਸ ਵਿਰੁੱਧ ਵੀ ਹੋਇਆ ਵਿਦਰੋਹ, ਹੁਣ ਭਾਰਤੀ ਜਨਤਾ ਪਾਰਟੀ ਵਿਰੁੱਧ ਵੀ ਥਾਂ ਵਿਦਰੋਹ ਹੋ ਰਿਹਾ ਹੈ। ਇਸ ਕੜੀ ਥੱਲੇ ਉਹਨਾਂ ਨੇ ਜੋ ਵੀ ਕੁਝ ਕੀਤਾ ਜਾਂ ਨਾਅਰੇ ਲਿਖੇ ਨੇ ਜਾਂ ਕੁਝ ਵੀ ਬੋਰਡ ਲਾਏ ਨੇ, ਉਹ ਸਾਰਾ ਭਾਰਤੀ ਜਨਤਾ ਪਾਰਟੀ ਦੇ ਵਿਰੋਧ ਵਿੱਚ ਕੀਤਾ ਹੈਗਾ। ਉਧਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਦੇ ਵੱਲੋਂ ਵੀ ਜਲਾਲਾਬਾਦ ਦਾ ਦੌਰਾ ਕੀਤਾ ਗਿਆ, ਜਿਸ ਦੌਰੇ ਦੇ ਦੌਰਾਨ ਸੁਖਵੀਰ ਸਿੰਘ ਬਾਦਲ ਨੇ ਵਿਰੋਧੀਆਂ ਨੂੰ ਨਿਸ਼ਾਨੇ ਦੇ ਉੱਤੇ ਰੱਖਿਆ। ਪੰਜਾਬ ਦੀ ਕੈਪਟਨ ਸਰਕਾਰ ਦੇ ਉੱਤੇ ਟਿੱਪਣੀ ਕੀਤੀ ਹੈ ਸੁਖਵੀਰ ਸਿੰਘ ਬਾਦਲ ਨੇ ਅਤੇ ਭਾਜਪਾ ਸਰਕਾਰ ਨੂੰ ਵੀ ਕਰੜੇ ਹੱਥੀ ਲਿਆ ਕੇ ਕੁਝ ਕਹਿ ਰਹੇ ਸੁਖਵੀਰ ਸਿੰਘ ਬਾਦਲ, ਉਹ ਸੁਣਦੇ ਹਾਂ। ਕੈਪਟਨ ਅਮਰਿੰਦਰ ਸਿੰਘ ਐਂ ਲੱਗਦਾ ਹੈ ਕਿ ਪੰਜਾਬ 'ਚ ਬੀਜੇਪੀ ਦਾ ਚੀਫ ਮਿਨਿਸਟਰ ਬਣ ਗਿਆ। ਅੱਜ ਕੱਲ੍ਹ ਰੋਜ਼ ਜੋ ਹੁਕਮ ਦਿੱਲੀ ਦੀ ਹੋਮ ਮਿਨਿਸਟਰੀ ਤੋਂ ਆਉਂਦਾ ਹੈ, ਅਮਿਤ ਸ਼ਾਹ ਜੀ ਤੋਂ ਆਉਂਦਾ ਹੈ, ਉਸੇ ਹਿਸਾਬ ਨਾਲ ਕੈਪਟਨ ਅਮਰਿੰਦਰ ਸਿੰਘ ਚੱਲ ਰਿਹਾ। ਤੁਸੀਂ ਦੇਖ ਲਓ, ਜੇ ਹਰਜੀਤ ਗਰੇਵਾਲ ਦੇ ਖਿਲਾਫ ਜਿਹੜੇ ਲੋਕਾਂ ਨੇ ਉੱਥੇ 2-3 ਲੋਕਾਂ ਨੇ ਮਤਾ ਕੀਤਾ ਸੀ ਕਿ ਇਹਨੂੰ ਆਪਾਂ ਬਾਈਕਾਟ ਕਰਨਾ ਹੈ, ਤੇ ਉਹਨਾਂ ਦੇ 307 ਦਾ ਪਰਚਾ। ਡਿਕਸ਼ਨ ਸੂਜੀ ਦੇ ਘਰੇ ਕਿਸੇ ਨੇ ਕੂੜਾ ਸਿੱਟਿਆ, ਉੱਥੇ ਵੀ 307। ਤੇ ਜਿਹੜੇ ਸਿੰਗਰ ਹੈ, ਜਿਹੜੇ ਪਟਿਆਲੇ ਵਾਲੇ ਜਿਹੜੇ ਸਿੰਗਰ ਹੈ, ਉਹਨਾਂ ਨੇ ਇੱਕ ਕਿਸਾਨ ਐਂਥਮ ਬਣਾਇਆ, ਨਾਲ ਦੇ ਨਾਲ ਉਹਦੇ ਤੇ ਪਰਚਾ। ਕਿਉਂਕਿ ਅੱਜ ਹੁਣ ਕੋਸ਼ਿਸ਼ ਹੋ ਰਹੀ ਹੈ ਕੈਪਟਨ ਅਮਰਿੰਦਰ ਸਿੰਘ ਦੀ, ਸੈਂਟਰੀ ਸਰਕਾਰ ਦੇ ਕਹਿੰਦੇ ਕਿ ਕਿਵੇਂ ਨਾ ਕਿਵੇਂ ਹੁਣ ਕਿਸਾਨ ਅੰਦੋਲਨ ਨੂੰ ਖਤਮ ਕਰਿਓ, ਡਿਮੋਲਿਸ਼ ਕਰੋ, ਪੁਲਿਸ ਦਾ ਪ੍ਰੈਸ਼ਰ ਪਾਓ, ਪਰਚੇ ਕਰਾਓ। ਮੈਂ ਕੈਪਟਨ ਸਾਹਿਬ ਨੂੰ ਬੇਨਤੀ ਕਰਦਾ, ਪੰਜਾਬ ਦੀ ਜਨਤਾ ਨਹੀਂ ਬਰਦਾਸ਼ਤ ਕਰੂਗੀ ਤੁਸੀਂ ਜੇ ਝੂਠੇ ਪਰਚੇ ਇੰਨੇ ਕੀਤੇ ਹੈ। ਜਿੱਥੇ ਆ ਜਿਹੜੇ ਜਿੰਨੇ ਝੂਠੇ ਕੀਤੇ ਹੈ, ਉਹਨਾਂ ਥੋੜਾ ਬੁਰਾ ਹਾਲ ਹੋਊਗਾ। ਤੁਸੀਂ ਅੱਜ ਨਗਰ ਕੌਂਸਲ ਇਲੈਕਸ਼ਨ ਸਿਲਸਿਲੇ ਕਦੋਂ ਤੱਕ ਉਮੀਦਵਾਰ ਘੋਸ਼ਿਤ ਕਰ ਦੋਗੇ? ਸਾਡੇ ਉਮੀਦਵਾਰ ਰੈਡੀ ਹੈ, ਜਿਸ ਦਿਨ ਇਲੈਕਸ਼ਨ ਰਿਜ਼ਲਟ ਅਨਾਉਂਸ ਹੋ ਗਿਆ ਉਸ ਦਿਨ ਅਸੀਂ ਕਰਦਾ। ਉਧਰ ਦਲਜੀਤ ਸਿੰਘ ਚੀਮਾ ਦੇ ਵੱਲੋਂ ਵੀ ਭਾਜਪਾ ਨੂੰ ਆਪਣੇ ਸਿਆਸੀ ਨਿਸ਼ਾਨਿਆਂ ਦੇ ਉੱਤੇ ਰੱਖਿਆ ਜਾ ਰਿਹਾ ਹੈ। ਉਹਨਾਂ ਦਾ ਕਹਿਣਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਭਾਜਪਾ ਦਾ ਕਮਲ ਪੰਜਾਬ ਦੇ ਵਿੱਚੋਂ ਅਲੋਪ ਹੋ ਜਾਵੇਗਾ। ਹੌਲੀ ਹੌਲੀ ਕਮਲ ਦਾ ਚੋਣ ਨਿਸ਼ਾਨ ਪੰਜਾਬ ਚੋਂ ਗਾਇਬ ਹੋ ਜਾਏਗਾ, ਕਿਉਂਕਿ ਜਿਸ ਤਰੀਕੇ ਕਿਸਾਨੀ ਦੇ ਨਾਲ ਧਰੋਹ ਭਾਰਤੀ ਜਨਤਾ ਪਾਰਟੀ ਨੇ ਕੀਤਾ, ਉਹ ਸਾਡੇ ਭਾਰਤੀ ਜਨਤਾ ਪਾਰਟੀ ਵਾਲੇ ਪੰਜਾਬ ਵਾਲੇ ਲੀਡਰ ਵੀ ਵਿਚਾਰੇ ਅੰਦਰੋਂ ਮਹਿਸੂਸ ਕਰਦੇ। ਠੀਕ ਹੈ, ਡਿਸਪਲਿਨ ਹੁੰਦਾ ਪਾਰਟੀ ਦਾ, ਉਹ ਬੋਲ ਨਹੀਂ ਸਕਦੇ, ਪਰ ਇਹ ਅੰਦਰ ਵੀ ਉਹ ਵੀ ਮਹਿਸੂਸ ਕਰਦੇ ਆ ਕਿ ਜਿਸ ਤਰੀਕੇ ਤਾਨਾਸ਼ਾਹੀ ਰਵੱਈਏ ਦੇ ਨਾਲ ਨਰਿੰਦਰ ਮੋਦੀ ਜੀ ਨੇ ਇਸ ਐਜੀਟੇਸ਼ਨ ਨੂੰ ਇਗਨੋਰ ਕੀਤਾ, ਉਹਦੇ ਤੇ ਕੋਈ ਵੀ ਪੰਜਾਬੀ ਖੁਸ਼ ਨਹੀਂ, ਕੋਈ ਕਿਸਾਨ ਖੁਸ਼ ਨਹੀਂ, ਕੋਈ ਹੋਰ ਜਿਹੜਾ ਚੰਗੀ ਸੋਚ ਵਾਲਾ ਕੋਈ ਵੀ ਦੇਸ਼ ਵਾਸੀ ਖੁਸ਼ ਨਹੀਂ। ਇਸ ਕਰਕੇ ਕੁਦਰਤੀ ਹੈ ਇਹ ਨਿਸ਼ਾਨ ਉਹਨਾਂ ਨੂੰ ਅਲਟੀਮੇਟਲੀ ਉਹ ਤੋਂ ਪਿੱਛੇ ਹਟਣਾ ਪੈਣਾ। ਮੈਂ ਤੇ ਹੁਣ ਬੇਨਤੀ ਕਰਦਾ ਕਿ ਉਹਨਾਂ ਨੂੰ ਜਿਹੜੀ ਹੈ ਕਿ ਸਾਡਾ ਸਾਥ ਦੇਣਾ ਚਾਹੀਦਾ, ਤਾਂ ਜੋ ਪਤਾ ਲੱਗੇ ਗਲਤ ਡਿਸੀਜਨ ਲੈਣ ਵਾਲਿਆਂ ਨੂੰ ਵੀ ਜਿਹੜਾ ਇਹ ਕਿਹੜੇ ਭਾਗ। ਤੇ ਹੁਣ ਇੱਕ ਨਜ਼ਰ ਪਾਵਾਂਗੇ ਸਿਆਸੀ ਅਤੇ ਖਾਸ ਬਿਆਨਾਂ ਤੇ। ਦੇਖੋ, ਅਸੀਂ ਤਾਂ ਆਪਣੇ ਨਿੱਜੀ ਕੰਮ ਦੇ ਲਈ ਗਏ ਸੀ। ਹਾਂ, ਇੰਨਾ ਜ਼ਰੂਰ ਹੈ ਕਿ ਕੇਂਦਰ ਸਰਕਾਰ 'ਚ ਜਾਂ ਕਿਤੇ ਵੀ ਜਾਈਏ ਤਾਂ ਇੱਕੋ ਹੀ ਚਰਚਾ ਹੈ ਕਿ ਪੰਜਾਬ ਦੀ, ਔਰ ਉਹ ਕਿਸਾਨਾਂ ਨੂੰ ਲੈ ਕੇ, ਔਰ ਸਾਰਿਆਂ ਦੇ ਵਿੱਚ ਚਿੰਤਾ ਜਿਹੜੀ ਹੈ ਕਿਸਾਨਾਂ ਦੇ ਅੰਦੋਲਨ ਨੂੰ ਲੈ ਕੇ ਚਿੰਤਾ, ਔਰ ਉਸ ਵੇਲੇ ਚਿੰਤਾ ਹੋਰ ਵੱਧ ਜਾਂਦੀ ਹੈ ਕਿ ਜਦੋਂ ਸਰਕਾਰ ਪੂਰੀ ਤਰ੍ਹਾਂ ਆਪਣੀ ਵਚਨਬੱਧਤਾ ਨਿਭਾ ਰਹੀ ਹੋਵੇ ਤੇ ਫਿਰ ਵੀ ਅੰਦੋਲਨ ਨਾ ਖਤਮ ਹੋਵੇ। ਪੰਜਾਬ ਦੀ ਚਿੰਤਾ ਤਾਂ ਨੂੰ ਦੇਖਦੇ ਹੋਏ, ਕਿਸਾਨਾਂ ਦੀ ਚਿੰਤਾ ਨੂੰ ਦੇਖਦੇ ਹੋਏ ਕੇਂਦਰ ਸਰਕਾਰ ਦੇ ਸਾਰੇ ਮੰਤਰੀ ਜਿਹੜੇ ਚਿੰਤਿਤ ਨੇ। ਔਰ ਮੈਂ ਤਾਂ ਇਹ ਕਹਾਂਗਾ ਕਿ ਜਦੋਂ ਕੇਂਦਰ ਸਰਕਾਰ ਨੇ ਕਦਮ ਅੱਗੇ ਵਧਾਇਆ, ਔਰ ਕਿਸਾਨ ਵੀਰਾਂ ਨੇ ਵੀ ਜਦੋਂ ਨਿਕਲੇ ਸੀ, ਉਹਨਾਂ ਨੇ ਆਪਣਾ ਬਿਆਨ 'ਚ ਕਿਹਾ ਸੀ ਕਿ ਕੇਂਦਰ ਸਰਕਾਰ ਨੇ ਇੱਕ ਕਦਮ ਵਧਾਇਆ, ਅਸੀਂ 2 ਕਦਮ ਵਧਾਵਾਂਗੇ। ਪਰ ਕੇਂਦਰ ਸਰਕਾਰ ਨੇ ਤਾਂ ਇਹ ਵੀ ਕਿਹਾ ਕਿ ਅਸੀਂ ਦੋਨੇ ਜਿਹੜੇ ਬਿੱਲ ਜਿਹੜੇ ਆ, ਚਾਹੇ ਉਹ ਪੋਲਿਊਸ਼ਨ ਵਾਲਾ ਹੈ, ਚਾਹੇ ਉਹ ਬਿਜਲੀ ਵਾਲਾ, ਅਸੀਂ ਉਹ ਜਿਹੜੇ ਆ ਵਾਪਸ ਲੈ ਲੈਂਦੇ ਹਾਂ। MSP ਵੀ ਜਿਹੜੀ ਆ, ਉਹ ਵੀ ਜਿਹੜੀ ਉਹਦੀ ਗਰੰਟੀ ਲਿਖ ਦਿੰਦੇ ਆ, ਔਰ ਨਾਲ ਜਿਹੜਾ ਕੰਟਰੈਕਟ ਫਾਰਮਿੰਗ ਦੇ ਵਿੱਚ ਸੀ ਉਹਨਾਂ ਦਾ ਕਿ SDM ਦੀ ਜਗ੍ਹਾ ਤੁਸੀਂ ਅਦਾਲਤ ਵਾਲਾ ਕਰ ਦਿਓ, ਜਦਕਿ ਉਹ SDM ਵਾਲਾ ਕਲੌਜ਼ ਜਿਹੜੀ ਸੀ ਉਹ ਪੂਰੀ ਤਰ੍ਹਾਂ ਕਿਸਾਨਾਂ ਦੇ ਹੱਕ ਸੀ, ਕਿਉਂਕਿ ਕਿਸੇ ਵੀ ਅਦਾਲਤ ਨੂੰ ਸਰਕਾਰ ਡਾਇਰੈਕਸ਼ਨ ਨਹੀਂ ਦੇ ਸਕਦੀ ਕਿ ਇਹਦਾ ਫੈਸਲਾ ਜਲਦੀ ਕਰੋ। ਤੇ ਹੁਣ ਇੱਕ ਨਜ਼ਰ ਪਾਵਾਂਗੇ ਸਿਆਸੀ ਬਿਆਨਾਂ ਤੇ। ਦੇਖੋ, ਟਰੈਕਟਰ ਰੈਲੀ ਤਾਂ ਜਦੋਂ ਤੱਕ ਸਰਕਾਰ ਕੋਈ ਸਿੱਟੇ 'ਤੇ ਨਹੀਂ ਕਿਸੇ ਪਹੁੰਚੇਗੀ, ਨਤੀਜੇ 'ਤੇ ਨਹੀਂ ਪਹੁੰਚੇਗੀ, ਔਰ ਇਸ ਸੰਘਰਸ਼ ਨੂੰ ਲਮਕਾਉਣ ਤੇ ਲਟਕਾਉਣ ਦੀ ਸੋਚ 'ਤੇ ਚੱਲੇਗੀ, ਤਾਂ ਕੁਦਰਤੀ ਤੌਰ 'ਤੇ ਸੰਘਰਸ਼ ਤੇਜ਼ ਹੋਏਗਾ। ਤੇਜਿਤ ਹੁੰਦੇ ਲੋਕ, ਰੋਸ 'ਚ ਹੁੰਦੇ ਲੋਕ, ਔਰ ਜਿਉਂ ਸਰਕਾਰ ਲਮਕਾਏਗੀ ਤਿਉਂ ਇਹ ਸਰਕਾਰ ਜਿਹੜਾ ਐਜੀਟੇਸ਼ਨ ਹੈ ਚੜ੍ਹਤ ਵੱਲ ਜਾਏਗੀ, बढ़त ਵੱਲ ਜਾਏਗੀ, ਗੁੱਸਾ ਰੋਸ ਵਧੇਗਾ। ਤੇ ਅਸੀਂ ਚਾਹੁੰਦੇ ਹਾਂ ਕਿ ਇਸ ਪਾਸੇ ਨੂੰ ਨਾ ਤੋਰੇ ਸਰਕਾਰ ਲੋਕਾਂ ਨੂੰ, ਤੇ ਹੱਲ ਮਸਲੇ ਦਾ ਕਰੇ ਤੁਰਤ।
कल की बैठक से पहले दबाव बनाने की? ਇਹ ਦਬਾਅ ਬਣਾਉਣ ਦੀ ਗੱਲ ਨਹੀਂ ਹੈ, ਕੁਦਰਤੀ ਤੌਰ ਤੇ ਹੁੰਦਾ ਵੀ ਮਤਲਬ ਜਦੋਂ ਗੱਲ ਸਿਰੇ ਨਾ ਚੜੇ ਤੇ ਸੰਘਰਸ਼ ਕਰਨ ਵਾਲੇ ਲੋਕਾਂ ਨੇ ਤਾਂ ਆਪਣੇ ਸੰਘਰਸ਼ ਨੂੰ ਅੱਗੇ ਤੋਰਨਾ ਹੀ ਹੁੰਦਾ। ਇਹ ਮੈਸੇਜ ਜ਼ਰੂਰ ਦੇਣਾ ਹੁੰਦਾ ਵੀ ਅਸੀਂ ਚੁੱਪ ਕਰਕੇ ਨਹੀਂ ਬੈਠਾਂਗੇ। लेकिन स्टेटों को कहीं बात कही जा रही है कि स्टेटों को अधिकार देने की बात। देखो जो भी सहमति ਹੁੰਦੀ ਆ ਕਿਸਾਨ ਜਥੇਬੰਦੀਆਂ ਦੀ ਜਿਹੜੀਆਂ ਸੰਘਰਸ਼ ਲੜ ਰਹੀਆਂ ਨੇ, ਜਿਨ੍ਹਾਂ ਦੀ ਅਗਵਾਈ ਸੰਘਰਸ਼ ਲੜਿਆ ਜਾ ਰਿਹਾ, ਉਹਨਾਂ ਦੀ ਸਹਿਮਤੀ ਨਾਲ ਜੋ ਵੀ ਫੈਸਲਾ ਹੁੰਦਾ ਸ਼੍ਰੋਮਣੀ ਅਕਾਲੀ ਦਲ ਉਹਦਾ ਸਵਾਗਤ ਕਰੇਗਾ। ਤੇ ਉਧਰ ਹੁਣ ਪੰਜਾਬ ਦੀਆਂ ਜੇਲ੍ਹਾਂ ਨੂੰ ਆਧੁਨਿਕ ਕਰਨ ਦੀ ਤਿਆਰੀ ਦੇ ਵਿੱਚ ਹੈ ਕੇਂਦਰ ਸਰਕਾਰ। ਕੇਂਦਰ ਸਰਕਾਰ ਦਾ ਇੱਕ ਪਾਇਲਟ ਪ੍ਰੋਜੈਕਟ ਪੰਜਾਬ ਦੀਆਂ ਜੇਲ੍ਹਾਂ ਦੇ ਵਿੱਚ ਲਾਗੂ ਹੋਣ ਜਾ ਰਿਹਾ ਹੈ, ਜਿਸ ਦੇ ਉੱਤੇ ਪੰਜਾਬ ਦੇ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਅਤੇ ਨਾਲ ਹੀ ਪੁਲਿਸ ਦੇ ਮੁੱਖ ਅਫਸਰਾਂ ਦੇ ਵੱਲੋਂ ਬੈਠ ਕੇ ਪ੍ਰੈਸ ਵਾਰਤਾ ਕੀਤੀ ਗਈ ਹੈ। ਪੁਲਿਸ ਦੇ ਮੁੱਖ ਅਫਸਰਾਂ ਦਾ ਕੀ ਕੁਝ ਇਸ ਦੇ ਉੱਤੇ ਕਹਿਣਾ ਸੁਣਦੇ ਹਾਂ ਕਿ ਆਖਰਕਾਰ ਪਾਇਲਟ ਪ੍ਰੋਜੈਕਟ ਹੈ ਕੀ। ਦੱਸਦੀ ਕਿ ਇਸ ਪ੍ਰੋਜੈਕਟ ਦੇ ਵਿੱਚ ਹੁਣ ਜਿਸ ਤਰ੍ਹਾਂ ਦੇ ਕੋਰਟ ਟਰਾਇਲ ਕੈਦੀਆਂ ਦੇ ਹੁੰਦੇ ਸੀ ਤੇ ਕੈਦੀਆਂ ਨੂੰ ਜੇਲ੍ਹਾਂ ਦੇ ਵਿੱਚੋਂ ਬੱਸਾਂ ਦੇ ਵਿੱਚ ਜਾਂ ਫਿਰ ਵੱਖੋ ਵੱਖਰੇ ਤਰੀਕਿਆਂ ਦੇ ਨਾਲ ਕੋਰਟ ਦੇ ਵਿੱਚ ਪੇਸ਼ ਕੀਤਾ ਜਾਂਦਾ ਸੀ, ਹੁਣ ਅਜਿਹੇ ਕੈਦੀਆਂ ਦੀ ਪੇਸ਼ੀ ਜੇਲ੍ਹ ਦੇ ਵਿੱਚੋਂ ਹੋਇਆ ਕਰੇਗੀ ਤੇ ਵੀਡੀਓ ਕਾਨਫਰੰਸਿੰਗ ਦੇ ਰਾਹੀਂ ਜਿਹੜੀ ਇਹ ਪੇਸ਼ੀ ਕਰਵਾਈ ਜਾਇਆ ਕਰੇਗੀ। ਇਸ ਦੇ ਉੱਤੇ ਪੁਲਿਸ ਅਧਿਕਾਰੀ ਕੀ ਕੁਝ ਕਹਿ ਰਹੇ ਨੇ ਉਹ ਸੁਣਦੇ ਹਾਂ। 105 ਵੀਡੀਓ ਕਾਨਫਰੰਸਿੰਗ ਸਟੂਡੀਓਜ਼, ਛੋਟਾ 8 ਫੀਟ ਬਾਈ 8 ਫੀਟ, ਉਸ ਤੋਂ ਜ਼ਿਆਦਾ ਚਾਹੀਦਾ ਨਹੀਂ, ਵਿਦ ਇਕਵਿਪਮੈਂਟ ਆਪਾਂ ਸਾਰੇ ਜੇਲ੍ਹਾਂ 'ਚ ਬਣਾ ਰਹੇ ਹਾਂ। ਵੱਡੇ ਜੇਲ੍ਹਾਂ 'ਚ ਕਿਤੇ 14 ਹੈ, ਕਿਤੇ 16 ਹੈ। ਆਪਾਂ ਕੈਲਕੂਲੇਟ ਇੱਕ ਸਕੇਲ ਬਣਾਇਆ ਹੈ ਕਿ ਇੰਨੇ ਕੇਸਿਸ ਅਗਰ ਇੰਨੇ ਕੈਦੀ ਹੈਗੇ ਨੇ ਅੰਡਰ ਟ੍ਰਾਇਲ, ਉਹਦੇ ਲਈ ਸਾਨੂੰ ਇੰਨਾ ਸਿਸਟਮ ਇੱਕ ਸਕੇਲ ਬਣਾ ਕੇ ਆਪਾਂ ਇੱਕ ਬਣਾਇਆ ਹੈਗਾ। ਔਰ ਉਹਦੇ ਵਿੱਚ ਇਹ ਜਿਹੜਾ ਸਟਰਕਚਰ ਹੈ ਉਹਦੇ ਲਈ PPSC ਨੂੰ ਦੇ ਦਿੱਤਾ ਗਿਆ ਹੈ। ਇੱਕ ਪੰਜਾਬ ਯੂਨੀਵਰਸਿਟੀ ਪੈਕ ਔਰ IIT ਰੋਪੜ ਦੇ ਨਾਲ ਇੱਕ ਕਮੇਟੀ ਬਣਾ ਕੇ ਆਪਾਂ ਉਹਦਾ ਵੀਡੀਓ ਕਾਨਫਰੰਸਿੰਗ ਸਿਸਟਮ ਦਾ ਸਪੈਸੀਫਿਕੇਸ਼ਨਸ ਬਣਾ ਲਿਆ ਹੈ। ਉਹਦਾ ਟੈਂਡਰ ਹੋਣ ਵਾਲਾ ਹੈਗਾ ਤਾਂ ਕਿ ਇਹ ਵੀਡੀਓ ਕਾਨਫਰੰਸਿੰਗ ਸਿਸਟਮਸ ਜੇਲ੍ਹ ਐਂਡ ਤੇ ਵੀ ਲੱਗ ਸਕੇ। ਔਰ ਹਰ ਜੇਲ੍ਹ ਨੂੰ ਮਿਨੀਮਮ 16 Mbps ਦੀ ਕਨੈਕਟੀਵਿਟੀ ਦੇ ਕੇ ਆਪਾਂ ਕੋਸ਼ਿਸ਼ ਕਰ ਰਹੇ ਹਾਂ ਕਿ ਟ੍ਰਾਇਲ ਅੱਗੇ ਤੋਂ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਹੋਵੇ। ਇਹਦੇ ਵਿੱਚ ਮਾਨਯੋਗ ਪੰਜਾਬ ਹਰਿਆਣਾ ਹਾਈ ਕੋਰਟ ਨੇ ਬਹੁਤ ਇਹਦੇ ਵਿੱਚ ਇਨੀਸ਼ੀਏਟਿਵ ਦਿਖਾਈ ਹੈ। ਉਹਨਾਂ ਦਾ ਵੀ ਇਹਦੇ ਲਈ ਰੂਲਸ ਚਾਹੀਦਾ ਹੋਵੇ, ਵੀਡੀਓ ਕਾਨਫਰੰਸਿੰਗ ਰੂਲਸ ਦੀ ਵੀ ਰਿਕੁਆਇਰਮੈਂਟ ਹੈ ਕਿਉਂਕਿ ਜੱਜ ਨੂੰ ਪਤਾ ਹੋਣਾ ਚਾਹੀਦਾ ਕਿ ਹਾਊ ਟੂ ਕੰਡਕਟ ਦੈਟ ਟ੍ਰਾਇਲ ਬਾਈ ਵੀਡੀਓ ਕਾਨਫਰੰਸਿੰਗ। CRPC 'ਚ ਪ੍ਰੋਵੀਜ਼ਨ ਹੈ, ਸੋ ਉਹ ਰੂਲਸ ਆਲਸੋ ਇਜ਼ ਇਨ ਦਾ ਫਾਈਨਲ ਸਟੇजेस ਆਫ ਗੈਟਿੰਗ ਅਪਰੂਵਡ। ਜਦੋਂ ਵੀ ਫੁੱਲ ਕੋਰਟ ਬੈਠੇਗਾ ਤੇ ਉਹ ਅਪਰੂਵ ਹੋਗਾ। ਡਰਾਫਟਿੰਗ ਜਿੰਨਾ ਤੱਕ ਮੈਨੂੰ ਪਤਾ ਲੱਗਿਆ ਕਿ ਡਰਾਫਟਿੰਗ ਹੋ ਚੁੱਕੀ ਹੈ, ਬਟ the exact details I don't know because that is happening on the high court end, but this is this ek nawa upara hai. Hopefully in the first half of next year we should be able to implement it. ਪੰਜਾਬ ਇਸ ਵੇਲੇ ਦੇ ਵਿੱਚ ਫਿਲਹਾਲ ਦੇ ਲਈ ਨਾ ਹੀ, ਫਿਰ ਮੁੜ ਹਾਜ਼ਰ ਹੁੰਨੇ ਆ ਨਵੀਆਂ ਤੇ ਤਾਜ਼ਾ ਅਪਡੇਟਸ ਦੇ ਨਾਲ। ਤਦ ਤੱਕ ਲਈ ਮੈਨੂੰ ਦਿਓ ਇਜਾਜ਼ਤ। ਬਹੁਤ ਬਹੁਤ ਧੰਨਵਾਦ।